ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਸਾਰੇ ਚਾਹ ਪੀ ਲਓ। ਕਿਵੇਂ ਹੋ ਤੁਸੀਂ ਸਾਰੇ? ਸਾਡੀ ਉਹੀ ਪਹਿਲੇ ਵਾਲੀਆਂ 2-3 ਪੈਟ ਲਾਈਨ ਤੁਸੀਂ ਸਾਰੇ ਵਧੀਆ ਹੋਣਗੇ। ਯਾਰ ਸਾਡੇ ਇੱਥੇ ਤਾਂ ਲੋਕਡਾਊਨ ਹੈ, ਸਾਡੇ ਇੱਥੇ ਲੋਕਡਾਊਨ ਲੱਗ ਗਿਆ ਫਿਰ ਦੁਬਾਰਾ, ਤੇ ਅਸੀਂ ਫੇਰ ਘਰੇ ਆ ਹੁਣ। ਤਾਂ ਹੀ ਤੁਸੀਂ ਸਾਡੇ ਨਾਲ ਖੈਰ ਘਰੇ ਸੀ ਜ਼ਿਆਦਾ ਦੇਖ ਰਹੇ ਹੋ। ਸੋ ਸਾਡੇ ਇੱਥੇ ਦੁਬਾਰਾ ਲੋਕਡਾਊਨ ਲੱਗ ਗਿਆ। ਸਾਰਿਆਂ ਨੇ ਆਪਣਾ ਖਿਆਲ ਰੱਖੋ ਯਾਰ। ਇੱਥੇ ਹੁਣ ਹੋ ਗਿਆ ਸ਼ਾਮ ਹੋ ਗਈ ਆ, ਆਲਮੋਸਟ 4 ਵਜੇ ਚੱਲੇ ਆ। ਅਸੀਂ ਸੋਚ ਰਹੇ ਆ ਉਸ ਲੋਕਡਾਊਨ ਦੇ ਨਾਲ ਨਾਲ ਹੋਮ ਸਕੂਲਿੰਗ ਵੀ ਹੋ ਗਈ ਹੈ। ਨੌਲੀ ਵਿਚਾਰੀ ਫੇਰ ਦੁਬਾਰਾ ਕਹਿ ਰਹੀ ਹੈ, ਕਹਿੰਦੀ ਯਾਰ ਇਹ ਕਿਉਂ ਹੋਇਆ, ਮੈਂ ਸਕੂਲ ਜਾਣਾ ਸੀਗਾ। ਚਲੋ ਰੂਪੀ ਲੱਗਿਆ ਚਾਹ ਬਣਾਉਣ, ਆਪਾਂ ਸਾਰਿਆਂ ਨੂੰ ਲੱਗੇ ਯਾਰ। ਸਾਡੀ ਪੰਜੀਰੀ ਉਸ ਦਿਨ ਠੀਕ ਬਣੀ ਸੀ। ਸੌਰੀ ਸਾਤੋਂ ਵਲੌਗ ਚੰਗੀ ਤਰ੍ਹਾਂ ਐਂਡ ਨਹੀਂ ਕਰ ਹੋਇਆ ਉਸ ਦਿਨ, ਕਿਉਂਕਿ ਵਾਰਿਸ ਨੂੰ ਹੈਂਡਲ ਕਰਨਾ ਪਿਆ, ਬਾਅਦ ਚ ਰੋਣ ਲੱਗ ਗਿਆ ਸੀ ਬਹੁਤ ਜ਼ਿਆਦਾ। ਤਾਂ ਪੰਜੀਰੀ ਸਾਡੀ ਠੀਕ ਬਣ ਗਈ ਸੀਗੀ, ਟੇਸਟ ਗੁੱਡ। ਜਿੰਜਰ ਵੀ ਪਾ। ਹਾਂਜੀ ਤੁਸੀਂ ਬੁਲਾਇਆ। ਆਪਾਂ ਹੁਣ ਲੱਗੇ ਆ ਚਾਹ ਪੀਣ। ਚਾਹ ਪੀ ਕੇ ਫਿਰ ਆਪਾਂ ਲੱਗਦੇ ਆ ਬਾਕੀ ਕੰਮਾਂ ਕਾਰਾਂ ਤੇ। ਹਾਂ ਸੱਚ ਪੰਜੀਰੀ ਉਸ ਦਿਨ ਠੀਕ ਬਣ ਗਈ ਸੀ ਨਾ। ਹਾਂ ਇਹ ਥੋੜੀ ਡਰਾਈ ਆ ਕਿਉਂਕਿ ਮੈਂ ਘੀ ਬਹੁਤ ਘੱਟ ਪਾਇਆ। ਚਲੋ ਜਿੱਕੀ ਜ਼ਿਆਦਾ ਪਾਉਂਦੇ ਸੋਚੋ ਮੈਂ ਚਾਹ ਨਾਲ ਖਾਂਦੀ ਆ। ਮੈਂ ਚਾਹ ਨਹੀਂ ਪੀਂਦੀ ਸੀ। ਪੰਜੀਰੀ ਦੇ ਚੱਕਰ 'ਚ ਰੂਪੀ ਚਾਹ ਪੀਣ ਲੱਗ ਗਈ ਆ। ਆ ਬਣ ਰਹੀ ਹੈ ਰੂਪੀ, ਇੰਨਾ ਘੱਟ ਪਾਣੀ 3 ਜਣੇ ਨੇ ਪੀਣੀ ਹੈ ਯਾਰ ਅੱਧਾ ਗਲਾਸ ਹੀ ਪੀਣਾ, ਕਿਹੜਾ ਪੂਰਾ ਗਲਾਸ ਪੀਣਾ। ਸਟਿਲ ਬਹੁਤ ਘੱਟ ਹੈ ਪਾਣੀ। ਹਾਂ ਦੇਖ ਲੈ, ਦੁੱਧ ਪਾਣ ਲੱਗੇ ਜ਼ਿਆਦਾ ਨਾ ਪਾ ਦੀ। ਫਿਰ ਦੁੱਧ ਵਾਲੀ ਚਾਹ ਸਵਾਦ ਨਹੀਂ ਲੱਗਦੀ ਇੰਨੀ। ਚਾਹ ਸਟਰੋਂਗ ਹੀ ਸਵਾਦ ਲੱਗਦੀ ਹੈ। ਡਾਕਟਰ ਵੀ ਕਹਿੰਦੇ ਆ ਹੈਲਦੀ ਚਾਹ, ਡਾਕਟਰ ਕਹਿੰਦੇ ਆ ਦੁੱਧ ਚਾਹ ਪੀਣ ਨਾਲੋਂ ਬੈਟਰ ਹੈ ਦੁੱਧ ਪੀ ਲਓ, ਪਰ ਚਾਹ ਥੋੜੀ ਪਤਲੀ ਪੀਣੀ ਚਾਹੀਦੀ ਹੈ। ਫਿਰ ਉਹਦੇ ਨਾਲ ਤਾਂ ਦੁੱਧ ਹੀ ਪੀ ਲਓ, ਫਿਰ ਚਾਹ ਕਾਹਦੀ ਹੋਈ। ਯਾਰ ਭਾਈ ਜੋ ਮਰਜ਼ੀ ਕਰੋ। ਰੂਪੀ ਲੱਗੀ ਆ ਬਣਾਉਣ। ਨੌਨ ਕਹਿ ਰਹੀ ਆ ਮੈਂ ਬ੍ਰੈਡ ਜੈਮ ਖਾਣਾ। ਜੈਮ ਲਾਉਣ ਲੱਗੀ ਆ ਬ੍ਰੈਡ ਤੇ। ਥੋੜਾ ਪਾ ਲਓ ਫਿਰ। ਥੋੜਾ ਜਿਹਾ ਪਾਣੀ ਹੋਰ ਪਾ ਲੈਂਦੇ ਆ। ਅਰੇ ਫਰੈਂਡਸ ਚਾਹ ਪੀਏ ਸ਼ੱਕਰ ਵਾਲੀ। ਇਹ ਕਹਿ ਰਿਹਾ ਮੈਂ ਪੰਜੀਰੀ ਖਾਣ ਤੋਂ ਪਹਿਲਾਂ ਕੁਝ ਰੋਟੀ ਖਾਣਾ ਚਾਹੁੰਦਾ ਹੈ। ਰੂਪੀ ਨੇ ਸਵੇਰੇ ਆਟਾ ਗੁੰਨਿਆ ਸੀਗਾ ਦਾਲ ਵਾਲਾ, ਫਿਰ ਸੋਚਿਆ ਕਿ ਚਲੋ ਇੱਕ ਪਰੌਂਠਾ ਖਾ ਲੈਂਦੇ ਆ। ਯੰਮੀ ਯੰਮੀ दाल वाली रोटी खा लो। दाल दाल कहाँ खानी है? अच्छा दाल में खानी है। तो फिर कहाँ खाऊंगा? So much stuff. Oh my god. Too much. शेल्फा खाली हो गया सिर्फ थे नॉट हैगा से सामान। We need 2 trolleys. ਤੁਸੀਂ ਤਾਂ ਕਹਿ ਰਹੇ ਸੀ ਨਾ ਵਧੀਆ ਜਿਹਾ ਤਿਆਰ ਹੁੰਦੀ ਆ। ਕੀ ਹੋਇਆ? पता मेरे सारे कपड़े टाइट हो गए हैं। मैं सोचा मैं ब्लैक जीन्स पा लेंगे आज अपने क्यूट जे वाइट वाले स्वेटर नाल। मेरी जीन आई नहीं, ਹੌਲੀ ਫਰਕ ਪੈ ਜਾਊਗਾ। so I ended up wearing these baggy clothes again. सारे कपड़े टाइट हो गए इस टाइम। तो ਜਿਹੜੇ ਲੈਗਿੰग्स ਹੈ ਡਰੈਸਿਸ ਹੈ ਸਿਰਫ ਉਹੀ ਆ ਰਹੀਆਂ। ਹਾਂ ਲਾਈਕ ਸਟ੍ਰੈਚੇਬਲ। ਹਾਂ ਜੀਨਸ ਨਹੀਂ ਆ ਰਹੀਆਂ ਮੇਰੇ। ਯਾਰ ਮੇਰਾ weight ਸੀਗਾ ਡਿਊਰਿੰਗ ਪ੍ਰੈਗਨੈਂਸੀ, ਮੇਰਾ weight ਗਿਆ ਸੀਗਾ 69 ਤੱਕ। ਇਸ ਟਾਈਮ ਮੇਰਾ weight ਹੈਗਾ 59। ਕਿੱਥੇ ਮੇਰਾ weight ਸੀਗਾ ਪਹਿਲਾਂ 54 55 ਇੰਨਾ ਸੀਗਾ। ਤਾਂ ਮੈਨੂੰ 5 ਕਿਲੋ ਲੂਜ਼ ਕਰਨਾ। ਖੈਰ ਹਾਲੇ ਮੈਂ ਇੰਨਾ ਧਿਆਨ ਨਹੀਂ ਦੇ ਰਹੀ weight ਲੂਜ਼ ਕਰਨ ਤੇ। ਇਸ ਟਾਈਮ ਤਾਂ ਇਦਾਂ ਹੈ ਕਿ ਆਪਣੀ ਆਪ ਨੂੰ ਰਿਕਵਰ ਕਰ ਲਿਆ ਇੰਨਾ ਹੀ ਬਹੁਤ ਹੈ। ਐਟਲੀਸਟ ਮੈਨੂੰ ਲੱਗਦਾ ਹੈ ਸਾਲ ਕੁ ਤਾਂ ਲੱਗ ਹੀ ਜਾਣਾ weight ਲੂਜ਼ ਕਰਦੇ ਕਰਦੇ। ਲਾਸਟ ਟਾਈਮ ਵੀ ਨੌਰਿਨ ਟਾਈਮ ਵੀ ਇਦਾਂ ਹੀ ਹੋਇਆ ਸੀਗਾ, ਮੈਨੂੰ ਸਾਲ ਈਜ਼ਲੀ ਲੱਗ ਗਿਆ ਸੀਗਾ ਦੁਬਾਰਾ ਸ਼ੇਪ 'ਚ ਆਉਣ ਲਈ। ਸੋ ਦੈਟਸ ਓਕੇ, ਆਪਾਂ ਹੌਲੀ ਹੌਲੀ ਦੁਬਾਰਾ ਲੂਜ਼ ਕਰ ਲਾਂਗੇ। ਅੱਜ ਆਪਾਂ ਚੱਲੇ ਹਾਂ, ਅੱਜ ਵਾਰਿਸ ਦੀ ਅਪਾਇੰਟਮੈਂਟ ਹੈ ਮੈਟਰਨਲ ਨਰਸ ਨਾਲ। ਤੇ ਇਸ ਟਾਈਮ ਉਹ ਸੋ ਰਿਹਾ। ਮੈਂ ਕਿਹਾ ਚਲੋ ਜਿੰਦੇ ਰਹੋ ਸੋ ਰਿਹਾ, ਮੈਂ ਉਹਦਾ ਨੈਪੀ ਬੈਗ ਤਿਆਰ ਕਰਕੇ ਰੱਖ ਲਾਂ, ਸਮਾਨ ਸਮੂਨ ਪਾ ਕੇ ਰੱਖ ਲਾਂ ਉਹਦਾ ਸਾਰਾ। ਤੇ ਪਹਿਲਾਂ ਤਾਂ ਉਹ ਕਹਿ ਰਹੇ ਸੀ ਫੋਨ ਅਪਾਇੰਟਮੈਂਟ ਹੀ ਹੋਏਗੀ ਬਿਕੋਜ਼ ਆਫ ਕੋਵਿਡ। ਤੇ ਫੋਨ ਕੰਸਲਟੇਸ਼ਨ ਕੀਤੀ ਪਹਿਲਾਂ ਕੱਲ ਉਹਨਾਂ ਨੇ, ਬਟ ਫਿਰ ਉਹ ਕਹਿ ਰਹੇ ਕਿ ਉਹਦਾ weight ਵਗੈਰਾ ਸਾਰਾ ਕੁਝ ਚੈੱਕ ਕਰਨ ਲਈ ਤੁਸੀਂ ਇਨ ਪਰਸਨ ਆ ਜਾਓ। ਤੇ ਕੱਲ ਫੋਨ ਕੰਸਲਟ ਤੋਂ ਬਾਅਦ ਅੱਜ ਅਸੀਂ ਜਾ ਰਹੇ ਹਾਂ ਉੱਥੇ, ਉਹਦਾ weight ਵਗੈਰਾ ਸਾਰਾ ਕੁਝ ਚੈੱਕ ਕਰਨਗੇ। ਸੋ ਮੈਂ ਸੋਚਿਆ ਉਹਨੂੰ ਤਿਆਰ, ਉਹ ਜਿੰਦੇ ਸੋ ਰਿਹਾ ਮੈਂ ਸਾਰਾ ਕੁਝ ਪ੍ਰਿਪੇਅਰ ਕਰ ਲਾਂ, ਉਸ ਤੋਂ ਬਾਅਦ ਉਹਨੂੰ ਤਿਆਰ ਕਰਕੇ ਫਿਰ ਅਸੀਂ ਚੱਲਦੇ ਹਾਂ। तेरा स्कूल है उससे।
ਨਹੀਂ ਫਿਰ ਕੱਲ ਇਦਾਂ ਹੀ ਹੋਇਆ ਸੀ ਜਦ ਤੂੰ ਚਲੇ ਗਈ ਸੀਗੀ, ਕੰਮ ਆ ਗਿਆ ਸੀਗਾ। ਨੋ ਇਹ 'ਚ ਮੈਂ ਪਾਇਆ ਫਾਰਮੂਲਾ। ਨੋਇਨ ਹੱਸ ਰਹੀ ਹੈ। ਫਾਰਮੂਲਾ ਮੈਂ ਫਾਰਮੂਲਾ ਵੀ ਦੇ ਰਹੀ ਹਾਂ ਵਾਰਿਸ ਨੂੰ, ਤੇ ਮੈਂ ਖੁਦ ਵੀ ਫੀਡ ਕਰ ਰਹੀ ਹਾਂ। ਸੋ ਇਟਸ ਅ ਕੰਬੀਨੇਸ਼ਨ ਆਫ ਬੋਥ। ਐਦਾਂ ਕਿਉਂ? ਇਫ ਯੂ ਵਾਂਟ ਟੂ ਨੋ, ਹਰ ਗੱਲ ਤੇ ਇਫ ਯੂ ਵਾਂਟ ਟੂ ਨੋ ਲੈਟ ਮੀ ਨੋ, ਆਈ ਵਿਲ ਐਕਸਪਲੇਨ। ਇਫ ਯੂ ਵਾਂਟ ਟੂ ਨੋ ਲੈਟ ਮੀ ਨੋ। ਸੋ ਆਪਣਾ ਹੋ ਗਿਆ ਨੈਪੀ ਬੈਗ ਤਿਆਰ। ਲੈਟਸ ਗੋ। ਆ ਗਏ हैं। Let's go। ਆਪਾਂ ਜਾ ਆਏ हैं ਮਿਡਵਾਈਫ ਕੋਲ, ਫਿਜ਼ੀਕਲ ਅਸੈਸ ਕਰਦੇ ਆ ਬੋਡੀ, ਉਹ ਸਾਰੀ ਉਹਨੇ ਕੀਤੀ ਆ, ਸਾਰਾ ਕੁਝ ਠੀਕ ਆ। ਤੇ ਐਕਸੈਪਟ ਹੀਸ ਗॉट ਅ ਲਿਟਲ ਲੰਪ ਹੇਅਰ, ਛੋਟਾ ਜਿਹਾ ਇੱਕ ਬੰਪ ਹੈ। ਐਕਚੁਅਲੀ ਨਾ ਜਦੋਂ ਵਾਰਿਸ ਹੋਇਆ ਸੀਗਾ, ਵਾਰਿਸ ਦੇ ਜਦੋਂ ਬਰਥ ਹੋਇਆ ਇਹਦਾ, ਉਹ ਤੋਂ ਸੈਕਿੰਡ ਡੇ ਅਸੀਂ ਨੋਟਿਸ ਕੀਤਾ ਕਿ ਇਹਦੇ ਇੱਥੇ ਹਲਕਾ ਜਿਹਾ ਬੰਪ ਹੈ। ਤਾਂ ਉੱਥੇ ਅਸੀਂ ਨਰਸ ਨੂੰ ਪੁੱਛਿਆ, ਡਾਕਟਰ ਨੂੰ ਪੁੱਛਿਆ, ਤਾਂ ਉਹ ਕਹਿੰਦੇ ਕਿ ਵਿਚ ਇਜ਼ ਨੋਰਮਲ ਡਿਊਰਿੰਗ ਡਿਲੀਵਰੀ ਟਾਈਮ। ਕਈ ਵਾਰ ਬੱਚਿਆਂ ਦੇ ਇੱਦਾਂ ਹੋ ਜਾਂਦਾ ਹੈ ਬਿਕੋਜ਼ ਆਫ ਦਾ ਪ੍ਰੈਸ਼ਰ, ਤੇ ਸਲੋਲੀ ਇਹ ਆਪਣੇ ਆਪ ਹੌਲੀ ਹੌਲੀ ਡਿਜ਼ੋਲਵ ਹੋ ਜਾਏਗਾ। ਬਸ ਇਹ ਚੀਜ਼ ਦਾ ਧਿਆਨ ਰੱਖਿਓ ਕਿ ਇਹ ਗਰੋ ਨਾ ਹੋਏ ਤੇ ਇਹਦਾ ਕਲਰ ਚੇਂਜ ਨਾ ਹੋਏ ਤੇ ਇਹਦੀ ਆਈ ਸਾਈਟ 'ਤੇ ਅਸਰ ਨਾ ਹੋਏ ਇਸ ਚੀਜ਼ ਦਾ ਕੋਈ। ਸੋ ਵੀ ਵਰ ਕੀਪਿੰਗ ਆਈ ਔਨ ਦੈਟ, ਹੈ ਨਾ। ਤੇ ਉਸ ਤੋਂ ਬਾਅਦ ਪਹਿਲਾਂ ਕਾਫੀ ਸੌਫਟ ਸੀਗਾ ਤੇ ਹੁਣ ਹਲਕਾ ਜਿਹਾ ਹਾਰਡ ਹੋਣਾ ਸ਼ੁਰੂ ਹੋ ਗਿਆ ਸੀ ਉਹ ਆਫਟਰ ਕਪਲ ਆਫ ਵੀਕਸ। ਉਹ ਤੋਂ ਬਾਅਦ ਅਸੀਂ ਚਾਹਤੇ ਦਾ 6 ਵੀਕਸ ਚੈੱਕਅਪ ਸੀਗਾ, ਅਸੀਂ ਡਾਕਟਰ ਨੂੰ ਦਿਖਾਇਆ ਜਿਹੜਾ ਸਾਡਾ ਰੈਗੂਲਰ GP ਹੈ, ਉਹਨੂੰ ਦਿਖਾਇਆ ਤੇ ਅਸੀਂ ਉਹਨੂੰ ਪੁੱਛਿਆ ਕਿ ਇਹਦਾ ਰੈਫਰਲ ਬਣਾਈਏ ਅਸੀਂ ਹਸਪੀਟਲ ਦਾ, ਕਿਉਂਕਿ ਅਸੀਂ ਚਾਹੁੰਦੇ ਕਿ ਇੱਕ ਵਾਰੀ ਪੈਡੀਟ੍ਰੀਸ਼ਨ ਇਹਨੂੰ ਦੇਖੇ, ਹੈ ਨਾ। ਐਕਚੁਅਲੀ ਜਿਹੜਾ ਸਾਡਾ GP ਆ ਉਹ ਬਹੁਤ ਵਧੀਆ ਵੈਸੇ, ਉਹਨੇ ਚਿਲਡਰਨ ਹਸਪੀਟਲ ਵੀ ਕੰਮ ਕੀਤਾ ਪਹਿਲਾਂ। ਸੋ ਹੀ ਇਜ਼ ਵੈਰੀ ਐਕਸਪੀਰੀਅੰਸ ਡਾਕਟਰ, ਹੈ ਨਾ। ਤਾਂ ਮੈਨੂੰ ਸੀਗਾ ਮੈਂ ਇੱਕ ਵਾਰੀ ਉਹਦੀ ਸਲਾਹ ਲੈ ਲਾਂ, ਮੈਂ ਉੱਥੇ ਦਿਖਾਉਂਦੀ, ਇੱਥੇ ਮੈਂ ਜੋਬ ਕਰਦੀ ਸੀ। ਤੇ ਉਹਨੇ ਕਿਹਾ ਕਿ ਆਪਾਂ ਵਹਿਮ ਕੱਢਣ ਲਈ, ਉਹਨੇ ਕਿਹਾ ਵੈਸੇ ਮੈਨੂੰ ਇਹ ਕੁਛ ਵੀ ਇੱਦਾਂ ਹਾਰਮਫੁਲ ਨਹੀਂ ਲੱਗਦਾ ਕਿ ਇਹ ਬਰਥ ਟਾਈਮ ਹੋ ਗਿਆ ਹੈ, ਵਿਚ ਵਿਲ ਗੋ ਸਲੋਲੀ, ਹੈ ਨਾ। ਜੇ ਨਹੀਂ ਗਿਆ ਤਾਂ ਫਿਰ ਇੱਕ ਮਾਈਨਰ ਜਿਹਾ ਪ੍ਰੋਸੀਜਰ ਹੁੰਦਾ, ਆਪਾਂ ਉਹ ਪ੍ਰੋਸੀਜਰ ਕਰਾ ਕੇ ਠੀਕ ਹੋ ਜਾਏਗਾ ਇਹ ਤਾਂ। ਬਟ ਫਿਰ ਵੀ ਹੈ ਨਾ, ਬੀਇੰਗ ਪੇਰੈਂਟਸ ਇੱਕ ਵਹਿਮ ਜਿਹਾ ਦਿਲ 'ਚ ਰਹਿੰਦਾ। ਬਟ ਉਹ ਕਹਿੰਦੇ ਤੁਹਾਡਾ ਵਹਿਮ ਦੂਰ ਕਰਨ ਲਈ ਆਪਾਂ ਇੱਕ ਵਾਰੀ ਸਕੈਨ ਕਰਾ ਲੈਂਦੇ ਹਾਂ, ਦੇਖ ਲੈਂਦੇ ਹਾਂ ਕਿ ਕੁਛ ਜ਼ਿਆਦਾ ਡੇਂਜਰਸ ਚੀਜ਼ ਤਾਂ ਨਹੀਂ ਹੈਗੀ। ਤਾਂ ਫਿਰ ਇਹਦਾ ਸਕੈਨ ਹੋਇਆ ਸੀਗਾ 6 ਵੀਕਸ ਤੇ। ਸਕੈਨ ਦੇ ਵਿੱਚ ਹੈਮਾਟੋਮਾ ਆਇਆ ਤੇ ਉਹਦੀ ਰਿਪੋਰਟ ਆਈ, ਆਪਾਂ ਫਿਰ ਜਾ ਕੇ GP ਨਾਲ ਡਿਸਕਸ ਕੀਤੀ ਤਾਂ ਉਹ ਡਾਕਟਰ ਕਹਿੰਦੇ ਕਿ ਹਾਂ ਕਿ ਮੈਨੂੰ ਪਹਿਲਾਂ ਹੀ ਲੱਗ ਰਿਹਾ ਸੀਗਾ ਕਿ ਇਦਾਂ ਦਾ ਹੀ ਕੁਝ ਹੋਊਗਾ। ਤੇ ਕਹਿੰਦੇ ਹੈਮਾਟੋਮਾ ਜੋ ਕਿ ਆਪਣੇ ਆਪ ਕਈ ਵਾਰ ਡਿਜ਼ੋਲਵ ਹੋ ਜਾਂਦਾ, ਕੁਝ ਹਫ਼ਤਿਆਂ ਬਾਅਦ ਚਲੇ ਜਾਂਦਾ ਹੈ। ਜੇ ਨਹੀਂ ਗਿਆ ਦੈਨ ਵੀਲ ਕੰਸੀਡਰ, ਹੈ ਨਾ, ਕਿ ਕੀ ਕਰਨਾ, ਪ੍ਰੋਸੀਜਰ ਕਰਨਾ ਹੈ ਜਾਂ ਨਹੀਂ ਕਰਨਾ। ਕਹਿੰਦੇ ਬਾਕੀ ਆਪਾਂ 6 ਵੀਕਸ ਤੇ ਅਗੇਨ ਫੋਲੋ ਅਪ ਕਰਾਂਗੇ, ਦੁਬਾਰਾ ਸਕੈਨ ਕਰਾ ਕੇ ਦੇਖਾਂਗੇ ਕਿ ਆ ਗਰੋ ਤਾਂ ਨਹੀਂ ਹੋਇਆ, ਸੇਮ ਸਾਈਜ਼ ਹੈ, ਕੋਈ ਚੇਂਜਸ ਤਾਂ ਨਹੀਂ ਆਏ ਤੇ ਡੀਪ ਨਹੀਂ ਹੈਗਾ ਸਕਿਨ ਤੇ, ਅਪਰ ਲੇਅਰ ਤੇ ਹੀ ਕਹਿ ਰਹੇ ਆ ਉਹ ਹੈਗਾ ਇਹ। ਤੇ ਬਟ ਫਿਰ ਵੀ ਹੈ ਨਾ, ਇੱਕ ਜਦ ਆਪਾਂ ਦੇਖਦੇ ਹਾਂ ਵੈਸੇ ਬਹੁਤ ਐਕਟਿਵ ਬੇਬੀ ਆ, ਹੈ ਨਾ, ਨੋਰਮਲ ਹੈ ਸਾਰਾ ਕੁਛ, ਜੋ ਗਰੋਥ ਹੋਣੀ ਚਾਹੀਦੀ ਆ ਉਹ ਹੋ ਰਹੀ ਹੈ, ਜੋ ਇਹਨੂੰ ਕਰਨਾ ਚਾਹੀਦਾ ਐਕਟੀਵਿਟੀਜ਼ ਉਹ ਇਹ ਕਰ ਰਿਹਾ ਇਸ ਟਾਈਮ। ਐਸਾ ਕੋਈ ਇਸ਼ੂ ਨਹੀਂ ਹੈਗਾ, ਇਹਦੀ ਆਈ ਸਾਈਟ ਵਗੈਰਾ ਸਭ ਕੁਛ ਠੀਕ ਆ। ਬਟ ਜਦੋਂ ਸਾਡਾ ਧਿਆਨ ਜਾਂਦਾ ਬੰਪ ਤੇ, ਹੁਣ ਤਾਂ ਚੱਲ ਅਸੀਂ ਇੰਨਾ ਬੋਦਰ ਹੀ ਨਹੀਂ ਕਰਦੇ ਕਿਉਂਕਿ ਹੁਣ ਇੰਨੀਆਂ ਗੱਲਾਂ ਕਰਨ ਲੱਗ ਗਿਆ ਹੈ, ਰਿਸਪੌਂਡ ਕਰਦਾ ਹੈ, ਸਮਾਈਲ ਕਰਦਾ ਹੈ ਨਾ, ਦੇਖਦਾ ਹੈ, ਤਾਂ ਸਾਨੂੰ ਇੰਨਾ ਬੋਦਰ ਨਹੀਂ ਕਰਦਾ ਉਹ ਬੰਪ। ਬਟ ਫਿਰ ਵੀ ਕਿਤੇ ਨਾ ਕਿਤੇ ਹੁੰਦਾ ਯਾਰ ਇਹ ਜਾ ਕਿਉਂ ਨਹੀਂ ਰਿਹਾ। ਤਾਂ ਫਿਰ ਉਹ ਅਸੀਂ ਮਿਡਵਾਈਫ ਨਾਲ ਅੱਜ ਦੁਬਾਰਾ ਡਿਸਕਸ ਕੀਤਾ। ਉਹ ਕਹਿੰਦੀ ਕਿ ਤੁਸੀਂ ਰੈਫਰਲ ਬਣਵਾ ਲਓ ਹਸਪੀਟਲ ਦਾ, ਕਿਉਂਕਿ ਕਈ ਵਾਰ ਵੇਟਿੰਗ ਹੁੰਦੀ ਹੈ। ਕਹਿੰਦੀ ਜਸਟ ਫॉर योर ਪੀਸ ਆਫ ਮਾਈਂਡ, ਹੈ ਨਾ, ਕਿ ਚਲੋ ਜੇ ਉਹਨੇ ਪ੍ਰੋਸੀਜਰ ਨਾ, ਜੇ ਆਪਣੇ ਆਪ ਨਹੀਂ ਕਿਹਾ, ਜੇ ਉਹ ਪ੍ਰੋਸੀਜਰ ਵੀ ਕਰਦੇ ਆ ਛੋਟਾ ਜਿਹਾ, ਤਾਂ ਤੁਹਾਨੂੰ ਜ਼ਿਆਦਾ ਵੇਟਿੰਗ ਨਹੀਂ ਹੋਏਗੀ, ਤਾਂ ਤੁਸੀਂ ਹੁਣੇ ਰੈਫਰਲ ਬਣਵਾ ਲਓ। ਤਾਂ ਆਪਾਂ ਸੋਚ ਰਹੇ ਕਿ ਹੁਣ ਆਪਾਂ GP ਨਾਲ ਦੁਬਾਰਾ ਗੱਲ ਕਰਕੇ ਇਹਦਾ ਰੈਫਰਲ ਬਣਵਾ ਲੈਂਦੇ ਹਾਂ। ਸੋ ਬਸ ਇਹੀ ਚੱਲ ਰਿਹਾ ਸੀਗਾ ਮਾਈਂਡ 'ਚ। ਹੁਣ ਆਪਾਂ ਉੱਥੋਂ ਆਏ ਸੀਗੇ, ਇੰਡੀਅਨ ਸ਼ਾਪ ਗਏ ਆ, ਇਹ ਗਰੋਸਰੀ ਲੈਣ ਵਾਲੀ ਹੋਈ ਸੀਗੀ, ਤਾਂ ਸਮਾਨ ਲੈਣ ਗਿਆ। ਮੈਂ ਕਿਹਾ ਚਲੋ ਮੈਂ ਕਾਰ 'ਚ ਹੀ ਬੈਠਦੀ ਹਾਂ, ਹੈ ਨਾ, ਕਿਉਂਕਿ ਸੇਫ ਨਹੀਂ ਹੈਗਾ ਇੰਨਾ, ਕੋਵਿਡ ਕਰਕੇ ਦੁਬਾਰਾ ਇੱਥੇ ਲੋਕਡਾਊਨ ਚੱਲ ਰਿਹਾ ਤਾਂ ਡਰ ਹੀ ਲੱਗਦਾ ਜਾ ਕੇ। ਆਪਾਂ ਆਪ ਤਾਂ ਮਾਸਕ ਪਾਇਆ ਹੁੰਦਾ, ਬੇਬੀ ਦੇ ਤਾਂ ਮਾਸਕ ਵੀ ਨਹੀਂ ਪਾ ਸਕਦੇ। ਸੋ ਹੁਣ ਮੈਂ ਗੱਡੀ 'ਚ ਬੈਠੀ ਵੇਟ ਕਰ ਰਹੀ ਹਾਂ ਇਹਨਾਂ ਦੀ ਕਿ ਆਉਂਗੇ, ਫਿਰ ਆਪਾਂ ਘਰ ਜਾਉਂਗੇ।
ਹੁਣ ਫੇਰ ਦੁਬਾਰਾ ਉਹੀ ਸ਼ੁਰੂ ਹੋ ਗਿਆ ਯਾਰ। ਕੱਲ ਕੋਲਸ ਵਗੈਰਾ ਜਾ ਕੇ ਆਏ ਆ। ਹੁਣ ਇੱਦਾਂ ਕਿ ਐਟਲੀਸਟ 2 ਹਫ਼ਤੇ ਦੀ ਗਰੋਸਰੀ ਲੈ ਕੇ ਰੱਖ ਲੈਂਦੇ ਆ। ਪਹਿਲਾਂ ਤਾਂ ਇੱਦਾਂ ਹੁੰਦਾ ਐਵਰੀ ਵੀਕ ਜਾ ਕੇ ਲੈ ਆਉਂਦੇ ਸੀਗੇ, ਬਟ ਹੁਣ ਕੋਵਿਡ ਕਰਕੇ ਥੋੜਾ ਅਵੋਇਡ ਕਰੀਦਾ ਕਿ ਬਾਰ-ਬਾਰ ਐਵਰੀ ਵੀਕ ਨਾ ਜਾਣਾ ਪਏ, ਤਾਂ ਐਟਲੀਸਟ 2 ਹਫ਼ਤੇ ਦਾ ਸਮਾਨ ਲੈ ਕੇ ਰੱਖ ਲਈਦਾ। ਤਾਂ ਹੁਣੇ ਗਏ ਆ ਇੰਡੀਅਨ ਸ਼ਾਪ, ਮੈਂ ਬੈਠ ਕੇ ਇੱਥੇ ਵੇਟ ਕਰ ਰਹੀ ਹਾਂ। ਤਾਂ ਮਿਲਦੇ ਆ ਫਿਰ ਤੁਹਾਨੂੰ ਸਮਾਨ ਲੈ ਕੇ। ਮੈਂ ਸੋਚਿਆ ਚੱਲ ਜਿੰਨੀ ਦੇਰ ਇਹ ਗਏ ਆ ਮੈਂ ਬੈਠ ਕੇ ਤੁਹਾਡੇ ਨਾਲ ਗੱਲ ਕਰ ਲੈਂਦੀ ਹਾਂ। ਵਾਰੇ ਸੁੱਤਾ ਪਿਆ, ਸੋ ਰਿਹਾ ਆਰਾਮ ਨਾਲ ਆਪਣਾ। ਭੋਲੂ ਜਾ ਉੱਠ ਗਿਆ ਸੀਗਾ, ਫਿਰ ਸੋ ਗਿਆ ਦੁੱਧ ਪੀ ਕੇ। ਮਜ਼ੇ ਹੁੰਦੇ ਆ ਨਾ ਬੇਬੀਜ਼ ਦੇ, ਜਦ ਦਿਲ ਕੀਤਾ ਉੱਠੇ, ਜਦ ਦਿਲ ਕੀਤਾ ਸੋ ਗਏ। ਅਸੀਂ ਆ ਗਏ हैं घर। माय गॉड, इंसान लोग कितना खाते हैं है बब्बू। सो मच स्टफ। अरे गड्डी भर के कल लेके आए थे। 2 दिन हो गए साडे घर इदां ही गाह पैंदे नूं समान दा। 2 हफ्ते दा समान तां हैगा ही आ ना ये हुण है। हेलो 2 वीक्स विक्स निकलते हुए है ना। हेलो, तू क्या कपड़े उत्ते ड्रेसिंग गाउन पाई घूम रही है? ਮੈਨੂੰ ਲੱਗੀ ਭੁੱਖ। ਮੈਂ ਲੱਗਿਆ ਖਾਣ, ਫੁਲਕਾ ਕੋਈ ਹੈ ਨਹੀਂਗਾ ਇਸ ਟਾਈਮ। ਮੈਂ ਲੱਗਿਆ ਗੋਭੀ ਦੇ ਨਾਲ ਟੋਸਟ ਬਣਾ ਕੇ ਖਾਣ। ਯਮੀ। ਮੈਂ ਕਿਹਾ ਚਲੋ ਹੁਣ ਆ ਕੇ 1 ਕੱਪ ਚਾਹ ਵੀ ਹੋ ਜਾਏ। ਅੱਜ ਮੌਸਮ ਵਧੀਆ ਸੀਗਾ ਨਾ ਵੈਸੇ, ਆ ਠੰਡ ਨਹੀਂ ਸੀ ਇੰਨੀ। What's for dinner? What's for dinner ਸੋਚਦੇ ਆ ਹੁਣ ਕਿਆ ਬਣਾਉਣਾ ਹੈ। ਆ ਸੋਚਿਆ ਅੱਜ ਅਸੀਂ ਕੁਛ ਨਾ ਬਣਾਈਏ। ਸਾਡੇ ਕੋਲ ਫ੍ਰਿਜ 'ਚ ਆਲੂ ਗੋਭੀ ਦੀ ਸਬਜ਼ੀ ਪਈ ਹੈ, ਛੋਲੇ ਪਏ ਹੈ ਬਲੈਕ ਵਾਲੇ, ਹੋਰ ਕੀ ਹੈ ਮੂੰਗੀ ਮਸਰੀ ਦੀ ਦਾਲ ਵੀ ਪਈ ਹੈ। ਤਾਂ ਅਸੀਂ ਸੋਚ ਰਹੇ ਸਬਜ਼ੀ ਬਣਾਉਣ ਦੀ ਜਗ੍ਹਾ ਗਜਰੇਲਾ ਬਣਾ ਲਿਆ ਅੱਜ। ਮੇਰਾ ਕਿੰਨੇ ਦਿਨ ਦਾ ਦਿਲ ਕਰ ਰਿਹਾ ਗਜਰੇਲਾ ਖਾਣ ਨੂੰ। ਦਿਨ ਕੀ ਜਦੋਂ ਮੈਂ ਪ੍ਰੈਗਨੈਂਸੀ ਟਾਈਮ ਨਾ ਜੈਸਟੇਸ਼ਨਲ ਡਾਇਬਟੀਜ਼ ਕਰਕੇ ਗਜਰੇਲਾ ਨਹੀਂ ਖਾਧਾ, ਉਦੋਂ ਵੀ ਮੇਰਾ ਬੜਾ ਦਿਲ ਕਰ ਰਿਹਾ ਸੀ ਗਜਰੇਲਾ ਖਾਣ ਨੂੰ। ਮੈਂ ਸੋਚ ਰਿਹਾ ਹੁਣ ਬਣਾ ਹੀ ਲਈਏ ਅੱਜ। ਕਾਫੀ ਦਿਨ ਤੋਂ ਸੋਚ ਰਹੀ ਹਾਂ ਬਣਾ ਲਾਂ। ਤੇ ਹੁਣ ਵਾਰਿਸ ਵੀ ਸੁੱਤਾ ਪਿਆ, ਹੋਪਫੁਲੀ ਥੋੜੀ ਦੇਰ ਹੋਰ ਸੋਊਗਾ। Mom, ਤੁਹਾਡਾ ਬਿੰਗਾ ਦੰਦ ਹੈ। ਬਿੰਗਾ ਦੰਦ ਨਹੀਂ ਆ, ਉੱਚਾ ਏ। ਅੱਡਾ ਤੋਂ ਨਾ ਅੱਛਾ ਯਾਰ ਅੱਡਾ ਜਾ ਰਿਹਾ ਆਰਡਰ ਨੂੰ ਸਾਈਡ ਨੂੰ। ਨੋ ਇਹਦਾ ਨਿਊ ਟੀਥ ਆ ਰਿਹਾ ਇੱਥੇ ਵਾਲਾ, ਤੇ ਮੈਨੂੰ ਲੱਗਦਾ ਇਹਦਾ ਮੇਰੇ ਤੋਂ ਵੀ ਜ਼ਿਆਦਾ ਉੱਤੋਂ ਆ ਰਿਹਾ। ਵਾਟ ਨਹੀਂ, ਪਰ ਇਹ ਥੱਲੇ ਆ ਜਾਊਗਾ ਨਾ ਇੱਥੇ ਤੱਕ ਸੂਨ ਆ ਜੂਗਾ। ਆ ਜਾਊਗਾ ਨਾ ਪਰ। ਸੋ वो दोनों सो रहे हैं। ਰਾਤੀ ਵਾਰਿਸ ਬਹੁਤ ਵਾਰ ਉੱਠਿਆ। ਇਹ ਹੁਣ ਨੈਕਸਟ ਡੇ ਆ। ਕੱਲ ਸ਼ਾਮੀ ਅਸੀਂ ਕਾਫੀ ਬਿਜ਼ੀ ਹੋ ਗਏ ਸੀਗੇ ਆ ਕੇ ਸ਼ਾਪਿੰਗ ਤੋਂ, ਤਾਂ ਮੈਂ ਵਲੌਗ ਕੰਟੀਨਿਊ ਨਹੀਂ ਕਰ ਪਾਈ। ਤੇ ਰਾਤੀ ਵਾਰਿਸ ਬਹੁਤ ਵਾਰ ਉੱਠਿਆ, ਰੋਇਆ ਨਹੀਂ ਬਟ ਉੱਠਿਆ ਵਾਰ-ਵਾਰ। ਤਾਂ ਕਰਕੇ ਹੁਣ ਮੈਂ ਥੋੜਾ ਲੇਟ ਉੱਠੀ ਹਾਂ ਸੋ ਕੇ। ਤੇ ਇਹ ਦੋਨੋਂ ਹੁਣ ਸੋ ਰਹੇ ਆ, ਵਾਰਿਸ ਤੇ ਉਹਦੇ ਡੈਡੀ। ਤੇ ਨੌਰਿਨ ਦੀ ਚੱਲ ਰਹੀ ਆ ਹੋਮ ਸਕੂਲਿੰਗ, ਤੇ ਉਹ ਲੱਗੀ ਹੋਈ ਆ ਆਪਣੀ ਉਹਦੀ ਡਾਂਸ ਕਲਾਸ। ਪਤਾ ਨਹੀਂ ਕੀ ਚੱਲ ਰਿਹਾ ਆਨਲਾਈਨ। ਸੀ ਇਜ਼ ਬਿਜ਼ੀ, ਆਲ ਸ਼ੋ ਯੂ। ਤੇ ਰੂਪੀ ਲੱਗੀ ਹੋਈ ਆ ਫੋਨ ਤੇ, ਦਿਖਾਉਂਦੀ ਆ ਤੁਹਾਨੂੰ। ਰੂਪੀ ਲੱਗੀ ਹੋਈ ਆ ਫੋਨ ਤੇ, ਉਧਰ ਨੌਰਿਨ ਲੱਗੀ ਹੋਈ ਆ ਆਪਣੀ ਡਾਂਸ ਕਲਾਸ ਲੱਗ ਰਹੀ ਆ ਉਹਦੀ, ਤੇ ਬਿਜ਼ੀ ਆ ਆਨਲਾਈਨ। ਤੇ ਵਾਰਿਸ ਤੇ ਡੈਡੀ ਸੁੱਤੇ ਪਏ ਆਪਣੀ ਨੀਂਦ ਪੂਰੀ ਕਰ ਰਹੇ। ਸਾਰੇ ਫਨ ਕਰਦੇ ਹੈ। ਤੇ ਜੇ ਤੁਹਾਨੂੰ ਸਾਡਾ ਘਰ ਮੈਸੀ ਲੱਗ ਰਿਹਾ ਪਲੀਜ਼ ਡੋਂਟ ਮਾਈਂਡ। ਜੇ ਤੁਹਾਨੂੰ ਸਾਡਾ ਘਰ ਥੋੜਾ ਜਿਹਾ ਮੈਸੀ ਲੱਗ ਰਿਹਾ ਹੈ ਨਹੀਂ ਹੈ ਉਹ ਤਾਂ ਕਰਕੇ ਕਿਉਂਕਿ ਨੌਰਿਨ ਵੀ ਹੁਣ ਘਰ ਹੀ ਹੁੰਦੀ ਹੈ। ਨੌਰਿਨ ਕਿ ਆਪਾਂ ਸਾਰੇ ਹੀ ਘਰ ਹੁੰਦੇ ਆ, ਬਟ ਬੱਚਿਆਂ ਨਾਲ ਥੋੜਾ ਖਲਾਰਾ ਪੈ ਜਾਂਦਾ। ਕੁਛ ਵਾਰਿਸ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਬਿਜ਼ੀ ਰੱਖਦਾ, ਤਾਂ ਕਰਕੇ ਥੋੜਾ ਜਿਹਾ ਹੋ ਜਾਂਦਾ ਹੈ। ਤਾਂ ਹੀ ਤੁਹਾਨੂੰ ਅਸੀਂ ਵੀ ਅੱਜ ਕੱਲ੍ਹ ਰੁਲੇ ਪੁਲੇ ਦਿਖਦੇ ਆ। ਲੋਕਡਾਊਨ, ਯੂ ਨੋ, ਇੰਜੋਇੰਗ ਦ ਲੋਕਡਾਊਨ। ਤੇ ਇਸ ਕਰਕੇ ਆ। ਚਲੋ ਚੱਲ ਤੂੰ ਕਰ ਲਾ ਹੁਣ ਗੱਲ। ਡਿਸਟਰਬ ਨਹੀਂ ਕਰਨਾ ਚਾਹੁੰਦੀ ਮੈਂ ਆਪਣੀ ਭੈਣ ਨੂੰ, ਯੂ ਨੋ। ਨੌਰਿਨ ਦੀ ਹੁਣ ਚੱਲ ਰਹੀ ਹੈ ਮੈਥਸ ਦੀ ਕਲਾਸ ਕਿਆ ਮਤਲਬ ਉਹਨੇ ਕੰਮ ਜਾ ਪਾਇਆ ਹੈ ਆਪ ਤੇ। ਨੌਰਿਨ ਕਰ ਰਹੀ ਹੈ ਮੈਥਸ। ਮੇਰੇ ਡੈਡੀ ਹਲੇ ਵੀ ਸੋ ਰਹੇ ਆ, ਉਹਦੀ ਨੀਂਦ ਹਲੇ ਪੂਰੀ ਹੋਈ ਨਹੀਂ ਲੱਗਦੀ ਮੈਨੂੰ। ਤੇ ਵਾਰਿਸ ਇੱਥੇ ਖੇਡ ਰਿਹਾ ਹੈ। ਦੱਸਾਂ ਵਾਰਿਸ ਕੌਣ ਆ ਗਿਆ ਸੀਗਾ? ਵਾਰਿਸ ਕੌਣ ਹੈ? ਕੌਣ ਸੀਗਾ ਵਾਰਿਸ ਕੋਲ?
ਬੁੱਗੂ ਜਾ ਇਹ ਬੁੱਗੀ ਪੁੱਗੀ ਜਾ ਓਏ ਨੋਇੰਦੇ ਨਾਲ ਗੱਲ ਕਰ ਰਿਹਾ ਨਾ ਦੇਖ ਆਏ ਆਏ ਹੁਣ ਆਪਾਂ ਆ ਗਏ ਅੰਦਰ ਆ ਪਿੱਛੇ ਵਾਲੇ ਰੂਮ 'ਚ ਤੇ ਵਾਰਿਸ ਨੂੰ ਵੀ ਲੈ ਆਏ ਆ ਆਪਾਂ ਨਾਲ ਆਈ ਨੋ ਇਨ ਦੀ ਕਬਰਡ ਜਿਸ ਕੀ ਬਹੁਤ ਜ਼ਿਆਦਾ ਮੈਸ ਹੋਈ ਪਈ ਹੈ ਲੁੱਕ ਐਟ ਦਿਸ ਇਸ 'ਚ ਪੂਰੀ 'ਚ ਨੋਇਨ ਦੇ ਕੱਪੜੇ ਆ ਥੋੜਾ ਬਹੁਤਾ ਹੋਰ ਸਮਾਨ ਹੈ ਬਟ ਮੋਸਟਲੀ ਉਹਦੇ ਹੀ ਕੱਪੜੇ ਆ ਕਿਆ ਫਸ ਰਿਹਾ ਉਰੇ ਕੱਢਿਓ ਮਣ ਤੇ ਆਹ ਕਬਰ ਨਹੀਂ ਖੁੱਲ ਰਹੀ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਇਨਸੀਡੈਂਟ ਹੋ ਗਿਆ ਫੱਟੜ ਹੋ ਗਏ ਸਾਡੇ ਕੋਲ ਜਵਾਕਾਂ ਵਾਲੀ ਬੈਂਡਡ ਹੀ ਆ ਦੂਜੀਆਂ ਹੈਗੀਆਂ ਉਹ ਦੂਜੀਆਂ ਕਿੱਥੇ ਗਈਆਂ ਪਤਾ ਨਹੀਂ ਮੈਨੂੰ ਜਿਹੜੀ ਲੱਭੀ ਛੇਤੀ ਮੈਂ ਉਹੀ ਲੈ ਆਈ चलो जी हाई होगी सी और देखो क्या हंस रहे हो उधर क्या हंस रहे हो हैं ਉਹ ਕਹਿੰਦਾ ਨੋਇਨ ਦੀਦੀ ਨੇ ਕਿੰਨੀ ਮੈਸ ਕਰੀ ਆ ਆਪਣੀ ਕਬਰਡ ਚ क्या है ਲੈ ਦੇ ਆ ਦੇਖੋ ਆ ਨੋਇਨ ਦੀ ਕਬਰਡ ਆ ਸਾਰੀ ਗਾਹ ਪਿਆ ਇਹਦੇ ਕੱਪੜਿਆਂ ਨਾਲ ਹੁਣ ਅਸੀਂ ਇਹਨੂੰ ਸੌਰਟ ਆਊਟ ਕਰਨ ਲੱਗੇ ਆ टिश्यू क्या चाहिए वाइट टिश्यू ਇਹ ਕਬਰਡ ਚ ਨੌਰਿਨ ਦੇ ਜਦੋਂ ਨੌਰਿਨ ਹੋਈ ਸੀ ਉਹ ਤੋਂ ਲੈ ਕੇ ਹੁਣ ਤੱਕ ਦੇ ਕੱਪੜੇ ਪਏ ਆ ਮੈਂ ਨੌਰਿਨ ਦੇ ਕੱਪੜੇ ਹਾਲ ਤੱਕ ਕਿਸੇ ਨੂੰ ਦਿੱਤੇ ਨਹੀਂ ਸੀਗੇ ਬਟ ਮੇਰੀ ਇੱਕ ਫਰੈਂਡ ਹੈ ਸ਼ੀ ਇਜ਼ ਗॉट 2 ਗਰਲਸ ਹੈ ਨਾ ਐਂਡ ਸ਼ੀ ਇਜ਼ ਹੈਪੀ ਉਹ ਮੈਨੂੰ ਕਹਿੰਦੀ ਕਿ ਜੇ ਨੌਰਿਨ ਦੇ ਕੋਈ ਕੱਪੜੇ ਹੈਗੇ ਆ ਜੋ ਤੂੰ ਨਹੀਂ ਯੂਜ਼ ਕਰਦੀ ਤਾਂ ਮੈਂ ਹੈਪੀ ਆ ਯੂਜ਼ ਕਰਨ ਲਈ ਤਾਂ ਮੈਂ ਜਿਹੜੇ ਕਈ ਡਰੈਸਿਸ ਜਾਂ ਕਈ ਕੱਪੜੇ ਨੌਰਿਨ ਦੇ ਐਦਾਂ ਨੇ ਜੋ ਹਾਰਡਲੀ ਉਹਨੇ ਇੱਕ ਜਾਂ 2 ਵਾਰੀ ਪਾਏ ਹੋਣਗੇ ਹੱਦ 3 ਵਾਰੀ ਔਰ ਬਿਲਕੁਲ ਨਵੇਂ ਪਏ ਆ ਸੋ ਜਿਹੜੀਆਂ ਐਦਾਂ ਦੀਆਂ ਡਰੈਸਿਸ ਆ ਜਾਂ ਐਦਾਂ ਦੇ ਕੋਈ ਕੱਪੜੇ ਆ ਇੰਡੀਅਨ ਡਰੈਸਿਸ ਆ ਜੋ ਇਹਨਾਂ ਹਾਰਡਲੀ 1 ਜਾਂ 2 ਵਾਰੀ ਪਾਈਆਂ ਤੇ ਬਿਲਕੁਲ ਨਵੀਆਂ ਪਈਆਂ ਉਹ ਮੈਂ ਸਾਰੀਆਂ ਕੱਢ ਕੇ ਉਹਨੂੰ ਦੇ ਦੂੰਗੀ ਉਸ ਤੋਂ ਇਲਾਵਾ ਜਿਹੜੇ ਕੱਪੜੇ ਆ ਉਹ ਅਸੀਂ ਦੇਖਦੇ ਹਾਂ ਹੁਣ ਉਹਦਾ ਕੀ ਕਰਨਾ ਹੈ ਕਿਉਂਕਿ ਹੁਣ ਮੈਨੂੰ ਲੱਗਦਾ ਕਿ ਕੱਪੜੇ ਇੰਨੇ ਜ਼ਿਆਦਾ ਇਕੱਠੇ ਹੋ ਗਏ ਹੋਏ ਨੇ ਇਹਨਾਂ ਮੈਨੂੰ ਆਹ ਸੌਰਟ ਆਊਟ ਕਰਨਾ ਹੈ ਤਾਂ ਕਿ ਮੈਂ ਨਵੇਂ ਕੱਪੜੇ ਮੰਗਾਉਂਦੀ ਰਹਿੰਦੀ ਹਾਂ ਪੁਰਾਣੀ ਕੱਢਦੀ ਨਹੀਂ ਹੈਗੀ ਈਵਨ ਕਿ ਨੌਇਨ ਦੇ ਸ਼ੂਜ਼ ਵੀ ਕਈ ਇੱਦਾਂ ਦੇ ਸੀਗੇ ਨਾ ਜੋ ਨੌਇਨ ਨੇ ਹਾਰਡਲੀ 1 ਜਾਂ 2 ਵਾਰੀ ਪਾਏ ਸੀਗੇ 2 ਬੈਗ ਵੱਡੇ ਭਰ ਕੇ ਮੈਂ ਉਹਨੂੰ ਦਿੱਤੇ ਆ ਸੋ ਸ਼ੀ ਇਜ਼ ਗੋਨਾ ਯੂਜ਼ ਟੂ ਐਟਲੀਸਟ ਕਿਸੇ ਕੰਮ ਆ ਰਹੀ ਹੈ ਚੀਜ਼ ਕਿੰਨੀ ਕਿਊਟ ਹੈ ਯਾਰ ਕਿੰਨੀ ਕਿਊਟ ਹੈ ਔਰ ਬਿਲਕੁਲ ਨਵੀਂ ਪਈ ਹੈ ਆ ਵੀ ਦੇਖੋ ਓ ਮਾਈ ਗॉड ਬਿਲਕੁਲ ਨਿਊ ਹੈ ਦੇਖੋ ਮੈਨੂੰ ਲੱਗਦਾ ਇਹ ਵੀ ਇਹਨਾਂ ਬਹੁਤ ਘੱਟ ਪਾਈ ਕਿਉਂਕਿ ਇਦਾਂ ਦੀ ਡਰੈਸਿਸ ਰੈਗੂਲਰਲੀ ਪੈਂਦੀਆਂ ਨਹੀਂ ਨਾ ਹੈਗੀਆਂ ਜਦੋਂ ਆਪਾਂ ਇੱਕ ਵਾਰ ਪਾਈ ਹੋਣੀ ਮੈਂ ਵੀ 2 ਵਾਰ ਹਾਂ 1 ਜਾਂ 2 ਵਾਰ ਤੇ ਆਪਾਂ ਕਿਥੇ ਜਾਂਦੇ ਆ ਉਦੋਂ ਹੀ ਪਾਉਂਦੇ ਆ ਨਹੀਂ ਤਾਂ ਇਦਾਂ ਹੀ ਪਏ ਆ ਇਹ ਕੱਪੜੇ ਅੰਕਲ ਗੁੱਚ नो माय अंकल ਤੂੰ ਕਹਿੰਦਾ ਦਿਮਾਗ ਖਾ ਰਹੀ ਆ ਉਹਦਾ ਇੱਕ ਹੋਰ ਦੇ ਗਈ ਹਲੇ ਇੱਕ ਨਾਲ ਗੁਜ਼ਾਰਾ ਨਹੀਂ ਹੋਇਆ ਜਦ ਸਾਰਾ ਕੁਝ ਅੰਦਰ ਰੱਖਦਾ ਫੇਰ ਦੇ ਇੱਕ ਹੋਰ ਦੇ ਦੇਣਾ ਪੈਣਾ ਰੂਪੀ ਨੂੰ ਤਾਂ ਆਰਡਰ ਹੀ ਹੁੰਦਾ ਹੈ ਦੇਣਾ ਪੈਣਾ ਕਰਨਾ ਹੀ ਪੈਣਾ ਦੇਣਾ ਹੀ ਪੈਣਾ ਨੋਇਨ ਲੱਗਿਆ ਖਾਣ ਹੁਣ ਬ੍ਰੈਡ ਨੋਇਨ ਆਪਣੇ ਹੋਮਵਰਕ ਦਾ ਧਿਆਨ ਰੱਖਿਓ ਹੁਣ TDL ਦਾ ਕੰਮ ਆਣਾ ਹੈ ਰੂਪੀ ਨੇ ਇਹ ਡਰੈਸ ਨੇ ਸਿਰਫ 2 ਵਾਰੀ ਪਾਈ ਹੈ ਹੁਣ ਕਿੰਨੀ ਪਿਆਰੀ ਹੈ ਯਾਰ ਕੋਈ ਘਰੇ ਪਾ ਨਹੀਂ ਹੁੰਦੇ ਇਦਾਂ ਦੇ ਆਪ ਬਿਲਕੁਲ ਨਵੇਂ ਪਏ ਆ ਯਾਰ ਇਹ ਸੋਹਣਾ ਹੈ ਜੀ ਹੈ ਨਾ पिंक का दूंगा ਚਲ ਵੈਸੇ ਤਾਂ ਰੰਗ ਨੂੰ ਡਿਵਾਈਡ ਨਹੀਂ ਕਰਨਾ ਚਾਹੀਦਾ ਆਈ ਥਿੰਕ ਬਲੂ ਹੀ ਮੁੰਡਿਆਂ ਵਾਸਤੇ ਆ ਪਿੰਕ ਹੀ ਕੁੜੀਆਂ ਵਾਸਤੇ ਆ ਕਲਰ ਸਭ ਨੂੰ ਸਾਰੇ ਹੀ ਪਾਣੇ ਚਾਹੀਦੇ ਆ ਬਟ ਹੁਣ ਲੋਕਾਂ ਨੇ ਯਾਰ ਪਾਉਂਦੇ ਆ ਕਿੰਨੇ ਮੁੰਡੇ ਪਾਉਂਦੇ ਆ ਜੇ ਗੁਲਾਬੀ ਸੁੱਕਾ ਬੈਕ ਕਰਕੇ ਗੁਲਾਬੀ ਮੈਚਿੰਗ ਪੱਗਾਂ ਮੈਚ ਕਰੀਆਂ ਹੁੰਦੀਆਂ ਸਹੀ ਗੱਲ ਹੈ ਚਲੋ ਐਨੀਵੇਜ਼ ਕਿੰਨਾ ਕਿਊਟ ਰੂਪੀ ਯਾਦ ਤੂੰ ਬਿੱਲੋ ਦੇ ਵਿਆਹ ਤੇ ਪਾਇਆ ਸੀ ਨਾ ਇਹ ਇੰਨਾ ਰੋ ਸੀ ਨਾ ਆਵਾਜ਼ ਜੀ ਹਾਂ ਪੁੱਤ ਤੈਨੂੰ ਬੁਲਾਉਂਦਾ ਨਹੀਂ ਕੋਈ ਹਾਂਜੀ ਹੁਣ ਉਹਨੂੰ ਲੱਗ ਗਿਆ ਭੁੱਖ ਹਾਂ ਕੁਝ ਨਹੀਂ ਖੇਡਦਾ ਹਲੇ ਸੋ ਕਿਊਟ ਹਾਂਜੀ ਹਾਂ ਲਿਆਓ ਬੈਗ ਜਾ ਕਿਆ ਹੋਰ ਕੱਪੜੇ ਅੱਛਾ ਚੱਲ ਆ ਜਾ ਫਿਰ ਹੁਣ ਫੋਨ ਛੱਡ ਦੋ ਥੋੜੀ ਦੇਰ ਹਾਂ ਹਾਂਜੀ ਚਲੋ ਹਾਂ ਇਹ ਕਿਊਟ ਹੈ ਕੋਈ ਸੀਰੀਅਸਲੀ ਇਸ ਨੂੰ ਆ ਕੱਪੜੇ ਨੂੰ ਮੈਂ ਨਹੀਂ ਦੇਖਿਆ ਹੈਗਾ ਤੂਰੇ ਹੈ ਨਹੀਂ ਸੀ ਨਾ
ਹਾਂ ਹਾਂਜੀ ਹਾਂਜੀ ਤੈਨੂੰ ਨਵੇਂ ਲੈ ਕੇ ਦਊਂਗੀ ਹੁਣ ਤਾਂ ਨੌਰਿਨ ਬਹੁਤ ਫਾਸਟ ਗ੍ਰੇਡ ਕਰਦੀ ਹੈ ਕਿ ਮੈਂ ਆਹ ਨਹੀਂ ਪਾਉਣਾ ਮੈਂ ਉਹ ਨਹੀਂ ਪਾਉਣਾ। ਸੱਚੀ ਤੇ ਕੋ ਬਹੁਤ ਸੋਹਣੇ ਨੌਰਿਨ ਨੂੰ ਹੁਣ ਕੰਫਰਟ ਜ਼ਿਆਦਾ ਮੈਟਰ ਕਰਦਾ ਹੈ। ਪਹਿਲਾਂ ਤਾਂ ਮੈਂ ਇਹਦੇ ਕਿਊਟ ਜਿਹੇ ਡਰੈਸਸ ਲੈ ਕੇ ਪਾਉਂਦੀ ਰਹਿੰਦੀ ਸੀ। ਆ ਦੇਖੋ ਮੰਮਾ ਆ ਵੀ ਬਿਲਕੁਲ ਨਵੀਂ ਪਈ ਹੈ ਦੇਖ। ਹਾਂ ਮੋਸਟਲੀ ਸਾਰੇ ਕੱਪੜੇ ਨਾ ਨਵੇਂ ਪਏ ਆ। ਹਾਂ ਮੈਂ ਆਪ ਆਮ ਸੋ ਹੈਪੀ ਕਿ ਕਿਸੇ ਦੇ ਕੰਮ ਆ ਜੂਗੇ ਯਾਰ। ਸਹੀ ਗੱਲ ਹੈ ਓ ਚੀਕੂ ਸਕਦੇ ਆ ਤੁਸੀਂ ਆ ਦੇਖੋ ਜਿਹੜੇ ਥੋੜੇ ਸਪੈਸ਼ਲ ਹੈ ਕੱਪੜੇ ਜਿਹੜੇ ਮੈਨੂੰ ਸਪੈਸ਼ਲ ਬੰਦਿਆਂ ਨੇ ਦਏ ਹੋਏ ਆ। ਫਿਰ ਮੈਂ ਉਹ ਨਹੀਂ ਦੇਣੀ। ਹਾਂ ਇਹ ਆਪਾਂ ਲੈ ਕੇ ਆਏ ਉਹ ਮੈਂ ਰਾਤ ਮੈਂ ਹਾਂ ਮੈਂ ਇਦਾਂ ਦਿਲੋਂ ਦਿੱਤਾ ਹੋਇਆ ਇਹ ਸੂਟ ਯਾਰ ਮੈਂ ਕੁਝ ਯਾਦਾਂ ਜਿਹੀਆਂ ਹੁੰਦੀਆਂ ਨਾ ਮੈਂ ਦਊਂਗੀ ਨਹੀਂ ਯਾਰ। ਆ ਜਾ ਮੈਂ ਆਪ ਜਿਹੜੇ ਮੈਂ ਆਪ ਲਏ ਹੋਏ ਆ ਤੇ ਜਿਹੜੇ ਮੈਨੂੰ ਇੰਨੇ ਸਪੈਸ਼ਲ ਨਹੀਂ ਹੈ ਜਿੰਨਾ ਕੋਈ ਯਾਦ ਨਹੀਂ ਹੈ ਇੰਨੀ ਉਹ ਦੇ ਦੋ। ਬੈਡ ਲੱਗ ਰਿਹਾ ਵਾਰਿਸ ਉੱਠ ਗਿਆ ਸੀਗਾ ਦੇਖ ਤਾਂ ਨਹੀਂ ਤੁਸੀਂ ਦਿਖਾ ਲਓ ਉਹਦੇ ਆ ਦੇਖੋ so cute That's the best dress. ਇਹ ਸਾਰੀਆਂ ਡਰੈਸਾਂ ਸ਼ਰੈਸਾਂ ਇਹਨੇ ਇੱਕ ਦੋ ਵਾਰ ਮਸੋਂ ਪਾਈਆਂ। ਇਹ ਇੱਥੋਂ ਕੱਟ ਕੇ ਇਹਨੂੰ ਏਦਾਂ ਇਹ ਤੋਂ ਗਲੇ ਵਾਲ ਤੇ ਯੂਜ਼ ਹੋ ਜਾਂਦਾ। ਕਹਿੰਦੇ ਆ ਸਕਰਟ ਰੂਪੀ ਗਲੇ ਚੋਂ ਬੈਂਡ ਜੇ ਪਾਉਂਦੇ ਆ ਕਹਿੰਦੇ ਆ ਸਕਰਟ ਦਾ ਉੱਪਰਲੀ ਲਾਸਟਿਕ ਕੱਟ ਲੈ ਆਪਣੇ ਗਲੇ 'ਚ ਪਾ ਲਈ। ਉਹ ਪਾਣੀ ਤੁਹਾਡਾ ਉਹ ਲੈ ਕੇ ਨਹੀਂ ਆਈ ਮੇਰੀ ਬੋਤਲ ਲੈ ਕੇ ਆਈ ਹੈ। ਨਾ ਜਿਹੜਾ ਤੇਰੇ ਵਾਲਾ ਗਲਾਸ ਪਿਆ ਹੁਣ ਪਾਣੀ ਦਾ ਨਾ ਉਹਨੇ ਉੱਠ ਜਾਣਾ ਬੰਦਾ ਬਣ ਜਾ। मैं बंदा हुआ है। ਬੰਦਾ ਦੇਖ ਲਓ ਬੰਦਾ ਮੈਂ ਬਾਂਡਾ ਹੀ ਹੋਇਆ ਬਾਂਡਾ ਹੀ ਆ। ਬੰਦੀ ਹੈ ਤੂੰ ਬੰਦੀ ਡੈਡੀ ਨੂੰ ਗੁੱਸਾ ਆ ਗਿਆ ਸੀ ਨੌਰੀਨ ਤੇ। ਹਾਂ ਮੇਰੇ ਜ਼ੂਮ ਕਰ ਦੋ ਮੇਰੇ ਜ਼ੂਮ ਕਰ ਤਾ ਮੈਂ ਤੇਰਾ ਜ਼ੂਮ। ਦਰਜੀਤ ਦੋਸਾਂਝ ਆ ਗਿਆ ਟੋਪੀ ਇਹ ਠੀਕ ਹੈ। ਚਲੋ ਅਸੀਂ ਨਾ ਵੈਸੇ ਕਾਫੀ ਹੱਦ ਤੱਕ ਸੌਟ ਆਊਟ ਕਰ ਲਿਆ। ਹੁਣ ਸੋਚ ਰਹੇ ਹਾਂ ਦਿਹਾੜੀਦਾਰ ਨੂੰ ਚਾਹ ਦਿੱਤੀ ਜਾਵੇ। ਹੁਣ ਆਪਾਂ ਘੁੱਟ ਪੀਉਂਗੇ ਚਾਹ। ਇਹ ਵਧੀਆ ਕੱਪੜੇ ਸੀਗੇ ਅਸੀਂ ਅੱਡ ਬੈਗਸ ਚ ਪਾਤੇ ਆ। ਆ ਕਰਿਆ ਹੁਣੀ ਪੁੱਤ ਬੰਦ ਨਾ ਚੁੰਨੀ ਨਾਲ ਫਿਰ ਖੁੱਲੀ ਜਾਂਦੇ ਨੇ। ਇਟਲੀ ਹੋ ਗਿਆ ਆਪਣਾ ਟੀ ਟਾਈਮ। ਹੰਗਰੀ Italy. ਚਾਹ I ਰੂਪੇ ਨੇ ਵੀ ਲਾਤਾ ਸੀ ਚਾਹ ਪੀਣ। ਦੀਦੀ ਨੇ ਇਹ ਬੈਡ ਹੈਬਿਟ ਪਵਾਤੀ ਤੁਸੀਂ ਕਿਹੜਾ ਖਾਣਾ ਆਹਾ ਜਾਂ ਆਹਾ ਵਿਚ ਵਨ ਕੱਟ ਕੇ ਤੂੰ ਖੇਡਣ ਕਰਨਾ ਹੈਗਾ ਹੈ ਤਾਂ ਕੁਝ ਨਹੀਂ ਹੁੰਦਾ। ਸੋ ਆਲ ਡਨ ਲੁੱਕ ਐਟ ਦਿਸ ਹਾਊ ਕਲੀਨ ਇਟ ਲੁਕਸ ਨਾਓ। ਇਨਕੋ ਬਹੁਤ ਲਿਮਿਟਡ ਜਿਹੇ ਕੱਪੜੇ ਰਹਿ ਗਏ ਆ। ਹੁਣ ਮੈਂ ਹੋਰ ਕੱਪੜੇ ਆਨਲਾਈਨ ਆਰਡਰ ਕਰੂੰਗੀ ਉਹਦੇ। ਰਾਤੀ ਅਸੀਂ ਬਹੁਤ ਲੇਟ ਹੋ ਗਏ ਸੀਗੇ ਕਰਦੇ ਹੁਣ ਨੈਕਸਟ ਡੇ ਤੇ ਅੱਜ ਅਸੀਂ ਲੱਗੇ ਆ ਨੌਰਿਨ ਦੇ ਟੌਇਜ਼ ਸੌਟ ਆਊਟ ਕਰਨ। ਹੁਣ ਉਧਰ ਮੈਸ ਹੋਈ ਪਈ ਐ ਇੰਨੀ ਯਾਰ। ਮੈਂ ਆਪਣੇ ਚਿੜੀਆਂ ਇੰਨੀਆਂ ਮਿਸ ਕਰਦੀ ਆ ਨਾ ਇਸ ਵਾਲ ਤੇ। ਪੇਂਟ ਕਰਾਉਣ ਤੱਕ ਕੋਈ ਸਾਡੀਆਂ ਚਿੜੀਆਂ ਮਿੱਤਰ ਗਈਆਂ। ਸੋ ਇਹ ਸੀਗਾ ਸਾਡਾ ਆਇਓ ਹੁਣ ਤੂੰ ਕਹਦੇ ਮੈਂ ਆਣਾ ਨਹੀਂ ਕੈਰੀ ਹੋਣ। तू पिन कोड क्यों पाया है कहती है तो मैंने बार पूछे मैं कहाँ पाया है। चलो एनीवेज सही सीगा साडा छोटू जिहा व्लॉग। होप कि तुहानू पसंद आया होगा। ਉਹਨੂੰ ਸਫਾਈਆਂ ਪਸੰਦ ਆਈਆਂ। हाँ साडा ये वीक वैसे पूरा सफाइयां करन च गया है। ते मैं लास्ट व्लॉग पुछया सीगा तुसीं दस्सिओ असीं घर नूं पेंट क्यों कराया। तुसीं सारिਆਂ ने बहुत सारे जवाब दे जिस तो कुछ सीगे कि रूपी का विआह होना तां करा रहे हैं। कईयां ने कहा कि तुसीं घरे पाठ कराना होना सुखमनी साहब जी का तां करा रहे हैं। कईयां ने कहा कि नौइन ने कंधां ते लाइनां मारतियां होणियां तां करा रहे हैं। यार नौइन वैसे बहुत गुड बच्चा। नौइन अज तक घर दियां वॉल्स कभी खराब नहीं कीतियां। ईवन कि जिहड़े पेंटर आए सी ना घर पेंट करन वो भी कहण कि तुहाडा घर बहुत साफ है कि तुसीं फिर भी पेंट करा रहे हैं है ना। हाले ना असीं नौइन की तारीफ पेंटरां कोल करके हटे सीगे। उस तो बाद ना ये फ्रिज क्लीन करन लगे बाहरों। ਇੰਨੇ ਸਾਲਾਂ 'ਚ ਫਸਟ ਟਾਈਮ ਹੋਇਆ ਕਿ ਨੌਰਿਨ ਨੇ ਫ੍ਰਿਜ ਤੇ ਨਾ ਮੈਗਨੇਟ ਨਾਲ ਕਾਰੀਗਰੀ ਕਰੀ ਵੀ ਹੈ। ਆਪਣਾ ਨਾਮ ਲਿਖਿਆ ਇਹਨੇ ਦੇਖਿਆ ਨੌਰਿਨ ਨੇ ਮੈਗਨੇਟ ਨਾਲ ਨਾ ਫ੍ਰਿਜ ਤੇ ਆਪਣਾ ਨਾਮ ਲਿਖਿਆ ਹੋਇਆ ਨੌਰਿਨ। ਕਹਿੰਦੀ ਆਈ ਥਿੰਕ ਆਈ ਡਿਡ ਦਿਸ ਵੈਨ ਆਈ ਵਾਸ ਓਨਲੀ 5 ਤਦ ਕਿ ਨਾ ਤਦ ਨਹੀਂ ਕੀਤਾ ਨਾ ਹੁਣੀ ਰੀਸੈਂਟਲੀ ਕਾਰਨਾਮਾ ਕਰਿਆ ਇਹ। ਬਟ ਚਲੋ ਐਨੀਵੇਜ਼ ਫਿਰ ਵੀ ਇਹ ਇੰਨਾ ਗਮ ਨਹੀਂ ਪਾਉਂਦੇ ਕਿ ਵਾਲਸ ਤਾਂ ਇਹਨਾਂ ਘਰ ਦੀਆਂ ਅੱਜ ਤੱਕ ਕਦੀ ਖਰਾਬ ਨਹੀਂ ਕੀਤੀਆਂ। ਤੇ ਰੂਪੀ ਦੇ ਵਿਆਹ ਦੀ ਗੱਲ ਰਹੀ। ਰੂਪੀ ਦਾ ਵਿਆਹ ਤਾਂ ਹਲੇ ਕੋਵਿਡ ਤੇ ਡਿਪੈਂਡ ਕਰਦਾ ਹੈ। ਸਿਚੁਏਸ਼ਨ ਠੀਕ ਹੋ ਜਾਏਗੀ ਉਦੋਂ
ਤੇ ਰਹੀ ਗੱਲ ਕਾਦੀ ਸੀ ਕਿ ਹੋਰ ਸੁਖਮਨੀ ਸਾਹਿਬ ਦੇ ਪਾਠ ਦੀ ਹੈ ਨਾ, ਉਹ ਵੀ ਅਸੀਂ ਕਰਾਉਣਾ ਹੈ। ਬਟ ਇਸ ਵਾਰੀ ਆ ਪੇਂਟ ਅਸੀਂ ਇਸ ਕਰਕੇ ਨਹੀਂ ਕਰਾਇਆ ਕਿ ਅਸੀਂ ਪਾਠ ਕਰਾਉਣਾ ਹੈ, ਪਾਠ ਵੀ ਕਰਾਉਣਾ ਹੈ, ਕਰਾਵਾਂਗੇ ਹੈ ਨਾ। ਹਾਲੇ ਕੋਵਿਡ ਕਰਕੇ ਹਾਲੇ ਕੁਝ ਨਹੀਂ ਹੋ ਪਾ ਰਿਹਾ ਹੈਗਾ, ਤਾਂ ਰੀਜ਼ਨ ਕੁਝ ਹੋਰ ਹੀ ਸੀਗਾ ਉਹਦਾ, ਜੋ ਅਸੀਂ ਤੁਹਾਨੂੰ ਆਉਣ ਵਾਲੇ ਵਲੌਗ 'ਚ ਜਲਦੀ ਦੱਸਾਂਗੇ ਕਿ ਕਿਉਂ ਕਰਾਇਆ। ਸਸਪੈਂਸ ਯੂ ਨੋ। ਨਹੀਂ ਇੱਦਾਂ ਕੁਝ ਨਹੀਂ, ਤੁਹਾਨੂੰ ਜਲਦੀ ਦੱਸਾਂਗੇ ਪੇਂਟ ਕਿਉਂ ਕਰਾਇਆ ਸੀਗਾ। ਬਾਕੀ ਬਸ ਹੁਣ ਆ ਸਾਫ ਸਫਾਈਆਂ ਜੀ ਕੀਤੀਆਂ, ਇਹ ਵੀ ਪੂਰਾ ਸਾਫ ਸਫਾਈਆਂ 'ਚ ਹੀ ਗਿਆ ਆਲਮੋਸਟ। ਹੋਪ ਤੁਹਾਨੂੰ ਸਾਡੇ ਵਲੌਗਸ ਇਦਾਂ ਦੇ ਪਸੰਦ ਆ ਰਹੇ ਹੋਣਗੇ ਹੈ ਨਾ। ਜੇ ਤੁਹਾਨੂੰ ਸਾਡੀ ਵੀਡੀਓਜ਼ ਵਧੀਆ ਲੱਗਦੀਆਂ ਪਲੀਜ਼ ਲਾਈਕ ਜ਼ਰੂਰ ਕਰ ਦਿਆ ਕਰੋ, ਤੇ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਹਾਲੇ ਤੱਕ ਪਲੀਜ਼ ਡੂ ਸਬਸਕ੍ਰਾਈਬ, ਲਾਈਕ ਸ਼ੇਅਰ ਐਂਡ ਕਮੈਂਟ, ਸੈਂਡ ਯੂਰ ਨਿਊ ਫੋਟੋਜ਼। ਚਲੋ ਫਿਰ ਸਾਡੇ ਹੁਣ ਹੋ ਗਿਆ ਡਿਨਰ ਦਾ ਟਾਈਮ। ਰੂਪੀ ਲੱਗਿਆ ਅੱਜ ਦਾਲ ਬਣਾਉਣ, ਕਾਲੀ ਦਾਲ ਬਣਾ ਰਹੀ ਹੈ ਨਾ? ਨਹੀਂ, ਹਾਂ ਮਾਹਾਂ ਦੀ ਦਾਲ। ਚਲੋ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ 'ਚ ਕੁਛ ਹੋਰ ਲੈ ਕੇ। ਬਾਏ ਬਾਏ। ਬਾਏ, ਲਵ ਯੂ ਆਲ।